ਸੋਚਿਆ ਕਿ ਭਾਰਤ ਦੇ ਨਕਸ਼ੇ ਤੇ ਕੋਈ ਇਹੋ ਜਿਹਾ ਰਾਜ ਵੀ ਹੋ ਸਕਦਾ ਜਿਹੜਾ ਕਦੇ ਤਾਂ ਸੀ ਪਰ ਹੁਣ ਹੈ ਹੀ ਨਹੀਂ। ਆਓ ਅੱਜ ਆਪਾਂ ਪੈਪਸੂ ਯਾਨੀ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਦੀ ਇਸੇ ਗੁੰਮ ਹੋਈ ਦਿਲਚਸਪ ਕਹਾਣੀ ਨੂੰ ਜਾਣੀਏ। ਹਾਂਜੀ, ਸਿਰਫ 8 ਸਾਲ ਤੁਸੀਂ ਇਸ ਰੇਤ-ਘੜੀ ਨੂੰ ਦੇਖੋ, ਬਸ ਇੰਨਾ ਕੋ ਹੀ ਸਫ਼ਰ ਸੀ ਇਸ ਰਾਜ ਦਾ। 1948 ਤੋਂ 1956 ਤੱਕ, ਦੇਖਣ ਨੂੰ ਛੋਟਾ ਪਰ ਕਹਾਣੀਆਂ ਨਾਲ ਭਰਪੂਰ। ਚਲੋ ਫਿਰ ਦੇਖਦੇ ਹਾਂ ਕਿ ਇਸ ਸਫ਼ਰ 'ਚ ਆਪਾਂ ਕੀ ਜਾਣਨਾ ਹੈ। ਸਭ ਤੋਂ ਪਹਿਲਾਂ ਦੇਖਾਂਗੇ ਕਿ ਇਹ ਬਣਿਆ ਕਿਵੇਂ, ਫਿਰ ਇਸ ਦੇ ਛੋਟੇ ਜਿਹੇ ਕਾਰਜਕਾਲ ਵਿੱਚ ਕੀ ਉਥਲ-ਪੁਥਲ ਹੋਈ, ਫਿਰ ਇਹ ਅਚਾਨਕ ਗਾਇਬ ਕਿਉਂ ਹੋ ਗਿਆ ਤੇ ਆਖਿਰ 'ਚ ਅੱਜ ਇਸ ਦੀ ਵਿਰਾਸਤ ਕਿੱਥੇ-ਕਿੱਥੇ ਮਿਲਦੀ ਹੈ। ਤਾਂ ਫਿਰ ਸ਼ੁਰੂ ਕਰਦੇ ਹਾਂ ਪਹਿਲੇ ਭਾਗ ਤੋਂ, ਯਾਨੀ ਇੱਕ ਰਿਆਸਤੀ ਸੰਘ ਦੀ ਸਥਾਪਨਾ। ਇਹ ਗੱਲ ਹੈ ਭਾਰਤ ਦੀ ਆਜ਼ਾਦੀ ਤੋਂ ਠੀਕ ਬਾਅਦ ਦੀ। ਜ਼ਰਾ 1947 ਦੇ ਭਾਰਤ ਦੇ ਨਕਸ਼ੇ ਤੇ ਨਜ਼ਰ ਮਾਰੋ। ਦੇਖੋ ਕਿੰਨਾ ਉਲਝਿਆ ਹੋਇਆ ਲੱਗ ਰਿਹਾ ਹੈ। ਇੱਕ ਪਾਸੇ ਬ੍ਰਿਟਿਸ਼ ਸੂਬੇ, ਦੂਜੀ ਪਾਸੇ ਸੈਂਕੜੋ ਹੀ ਰਿਆਸਤਾਂ। ਸੋ ਆਜ਼ਾਦੀ ਮਿਲਣ ਤੋਂ ਬਾਅਦ ਸਭ ਤੋਂ ਵੱਡਾ ਕੰਮ ਸੀ ਇਹਨਾਂ ਸਾਰਿਆਂ ਨੂੰ ਇੱਕ ਧਾਗੇ 'ਚ ਪਰੋਣਾ। ਤੇ ਇਸੇ ਵੱਡੀ ਕੋਸ਼ਿਸ਼ ਦਾ ਇੱਕ ਨਤੀਜਾ ਸੀ ਪੈਪਸੂ। ਤਾਰੀਖ ਸੀ 15 ਜੁਲਾਈ 1948, ਜਦੋਂ ਪੂਰਬੀ ਪੰਜਾਬ ਦੀਆਂ 8 ਰਿਆਸਤਾਂ ਨੂੰ ਇਕੱਠਾ ਕਰਕੇ ਇੱਕ ਨਵਾਂ ਰਾਜ ਬਣਾ ਦਿੱਤਾ ਗਿਆ ਤੇ ਇਸ ਦੀ ਰਾਜਧਾਨੀ ਬਣੀ ਪਟਿਆਲਾ। ਤਾਂ ਕਿਹੜੀਆਂ ਸਨ ਇਹ 8 ਰਿਆਸਤਾਂ? ਇਹ ਸਨ ਪਟਿਆਲਾ, ਜੀਂਦ, ਕਪੂਰਥਲਾ, ਨਾਭਾ, ਕਲਸੀਆ, ਫਰੀਦਕੋਟ, ਨਾਲਾਗੜ੍ਹ ਤੇ ਮਲੇਰਕੋਟਲਾ। ਇਹਨਾਂ ਸਾਰਿਆਂ ਨੇ ਮਿਲ ਕੇ ਇਸ ਨਵੇਂ ਸੰਘ ਦੀ ਨੀਂਹ ਰੱਖੀ। ਅੱਛਾ, ਇੱਕ ਹੋਰ ਮਜ਼ੇਦਾਰ ਗੱਲ, ਇਨ੍ਹਾਂ ਰਿਆਸਤਾਂ 'ਚ ਇੱਕ ਤਰ੍ਹਾਂ ਦੀ ਰੈਂਕਿੰਗ ਹੁੰਦੀ ਸੀ। 6 ਸਨ ਸਲਿਊਟ ਸਟੇਟਸ, ਯਾਨੀ ਜਿਨ੍ਹਾਂ ਦੇ ਰਾਜਾਂ ਨੂੰ ਬ੍ਰਿਟਿਸ਼ ਸਰਕਾਰ ਤੋਪਾਂ ਦੀ ਸਲਾਮੀ ਦਿੰਦੀ ਸੀ। ਇਹ ਉਹਨਾਂ ਦੇ ਰੁਤਬੇ ਦੀ ਨਿਸ਼ਾਨੀ ਸੀ। ਤੇ ਬਾਕੀ 2 ਸਨ ਨਾਨ ਸਲਿਊਟ ਸਟੇਟਸ। ਹਰ ਇੱਕ ਦੀ ਆਪਣੀ ਖਾਸੀਅਤ ਸੀ। ਜਿਵੇਂ ਮਲੇਰਕੋਟਲਾ, ਉਹ ਇੱਕ ਲੌਤੀ ਮੁਸਲਿਮ ਬਹੁ ਗਿਣਤੀ ਵਾਲੀ ਰਿਆਸਤ ਸੀ। ਤਾਂ ਸਵਾਲ ਉੱਠਦਾ ਹੈ ਕਿ ਇਸ ਨਵੇਂ ਰਾਜ ਦਾ ਮੁਖੀ ਕਿਸ ਨੂੰ ਬਣਾਇਆ ਗਿਆ? ਇਹ ਜ਼ਿੰਮੇਵਾਰੀ ਮਿਲੀ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਨੂੰ। ਉਹਨਾਂ ਨੂੰ ਰਾਜ ਪ੍ਰਮੁੱਖ ਬਣਾਇਆ ਗਿਆ, ਜੋ ਸਮਝ ਲਓ ਕਿ ਅੱਜ ਦੇ ਗਵਰਨਰ ਵਰਗਾ ਹੀ ਅਹੁਦਾ ਸੀ। ਯਾਨੀ ਸ਼ਾਹੀ ਦੌਰ ਖਤਮ ਹੋ ਕੇ ਵੀ ਇੱਕ ਨਵੇਂ ਰੂਪ ਵਿੱਚ ਜਾਰੀ ਰਿਹਾ। ਚਲੋ ਹੁਣ ਕਹਾਣੀ ਦੇ ਅਗਲੇ ਮੋੜ ਤੇ ਚੱਲਦੇ ਹਾਂ। ਭਾਗ ਦੂਜਾ, ਉਥਲ-ਪੁਥਲ ਭਰੇ 8 ਸਾਲ। ਇਹ ਉਹ ਦੌਰ ਸੀ ਜਦੋਂ ਸਿਆਸਤ ਵਿੱਚ ਬੜੀ ਖਿੱਚੋਤਾਣ ਰਹੀ। ਪੈਪਸੂ ਦੀ ਸਿਆਸੀ ਜ਼ਿੰਦਗੀ ਤੁਸੀਂ ਕਹਿ ਸਕਦੇ ਹੋ ਕਿ ਕਦੇ ਸਥਿਰ ਰਹੀ ਹੀ ਨਹੀਂ। ਦੇਖੋ, ਪਹਿਲਾਂ ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਬਣੇ, ਫਿਰ ਕਾਂਗਰਸ ਦੇ ਰਘਬੀਰ ਸਿੰਘ ਆ ਗਏ, ਫਿਰ ਰਾੜੇਵਾਲਾ ਦੀ ਵਾਪਸੀ ਹੋ ਗਈ। ਸਰਕਾਰਾਂ ਦਾ ਇਹ ਆਉਣਾ-ਜਾਣਾ ਇੰਨਾ ਜ਼ਿਆਦਾ ਹੋ ਗਿਆ ਕਿ ਆਖਿਰਕਾਰ 1953 ਵਿੱਚ ਰਾਸ਼ਟਰਪਤੀ ਸ਼ਾਸਨ ਹੀ ਲਾਉਣਾ ਪੈ ਗਿਆ। ਅਤੇ ਇਹੀ ਸੀ ਪੈਪਸੂ ਦੇ ਇਤਿਹਾਸ ਦਾ ਸਭ ਤੋਂ ਵੱਡਾ ਮੋੜ। ਉਸ ਦੀ ਸਰਕਾਰ ਬਰਖਾਸਤ ਕਰ ਦਿੱਤੀ ਗਈ ਅਤੇ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ। ਇਹ ਗੱਲ ਇਸ ਲਈ ਵੀ ਖਾਸ ਹੈ ਕਿਉਂਕਿ ਇਹ ਪੂਰੇ ਭਾਰਤ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਦੀਆਂ ਸਭ ਤੋਂ ਪਹਿਲੀਆਂ ਘਟਨਾਵਾਂ ਵਿੱਚੋਂ ਇੱਕ ਸੀ। ਤਾਂ ਇਹ ਰਾਸ਼ਟਰਪਤੀ ਸ਼ਾਸਨ ਹੁੰਦਾ ਕੀ ਹੈ? ਬਿਲਕੁਲ ਸੌਖੇ ਸ਼ਬਦਾਂ 'ਚ, ਜਦੋਂ ਕਿਸੇ ਸੂਬੇ ਦੀ ਸਰਕਾਰ ਸੰਵਿਧਾਨ ਦੇ ਹਿਸਾਬ ਨਾਲ ਕੰਮ ਨਹੀਂ ਕਰ ਪਾਉਂਦੀ ਤਾਂ ਕੇਂਦਰ ਸਰਕਾਰ ਸਿੱਧਾ ਉੱਥੋਂ ਦਾ ਰਾਜਭਾਗ ਆਪਣੇ ਹੱਥਾਂ ਵਿੱਚ ਲੈ ਲੈਂਦੀ ਹੈ। ਖੈਰ, ਸਿਆਸੀ ਉਥਲ-ਪੁਥਲ ਤੋਂ ਬਾਅਦ ਹੁਣ ਵਾਰੀ ਆਉਂਦੀ ਹੈ ਪੈਪਸੂ ਦੀ ਕਹਾਣੀ ਦੇ ਆਖਰੀ ਪੰਨੇ ਦੀ। ਭਾਗ 3, ਨਕਸ਼ੇ ਤੋਂ ਮਿਟ ਗਿਆ, ਇੱਕ ਰਾਜ ਦਾ ਅੰਤ। ਹੋਇਆ ਇਹ ਕਿ 1956 ਵਿੱਚ ਇੱਕ ਅਜਿਹਾ ਕਾਨੂੰਨ ਆਇਆ ਜਿਸ ਨੇ ਪੂਰੇ ਭਾਰਤ ਦਾ ਸਿਆਸੀ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ। ਇਸ ਦਾ ਨਾਂ ਸੀ ਸਟੇਟਸ ਰੀਆਰਗੇਨਾਈਜੇਸ਼ਨ ਐਕਟ, ਯਾਨੀ ਰਾਜ ਪੁਨਰਗਠਨ ਕਾਨੂੰਨ। ਇਸ ਦਾ ਮਕਸਦ ਸੀ ਭਾਸ਼ਾ ਦੇ ਆਧਾਰ ਤੇ ਸੂਬਿਆਂ ਦੀਆਂ ਹੱਦਾਂ ਨਵੇਂ ਸਿਰੇ ਤੋਂ ਤੈਅ ਕਰਨਾ। ਤੇ ਇਸੇ ਕਾਨੂੰਨ ਦੇ ਤਹਿਤ ਉਹ ਤਾਰੀਖ ਆਈ ਜਦੋਂ ਪੈਪਸੂ ਦਾ ਨਾਂ ਇਤਿਹਾਸ ਦੇ ਪੰਨਿਆਂ 'ਚ ਦਰਜ ਹੋ ਕੇ ਰਹਿ ਗਿਆ, 1 ਨਵੰਬਰ 1956। ਇਸ ਦਿਨ ਪੈਪਸੂ ਰਾਜ ਨੂੰ ਅਧਿਕਾਰਿਕ ਤੌਰ ਤੇ ਖਤਮ ਕਰ ਦਿੱਤਾ ਗਿਆ। ਤਾਂ ਇਹ ਸਭ ਹੋਇਆ ਕਿਵੇਂ? ਆਓ ਇਸ ਨੂੰ 3 ਸਟੈਪਸ ਵਿੱਚ ਸਮਝਦੇ ਹਾਂ। ਪਹਿਲਾ, ਪੈਪਸੂ ਇੱਕ ਵੱਖਰਾ ਰਾਜ ਸੀ। ਦੂਜਾ, 1956 ਵਾਲਾ ਐਕਟ ਪਾਸ ਹੋਇਆ। ਅਤੇ ਤੀਜਾ ਤੇ ਆਖਰੀ ਸਟੈਪ, ਪੈਪਸੂ ਨੂੰ ਪੰਜਾਬ ਰਾਜ ਵਿੱਚ ਮਿਲਾ ਦਿੱਤਾ ਗਿਆ। ਬਸ ਕਹਾਣੀ ਖਤਮ। ਇਹ ਜਿਹੜੇ ਨਕਸ਼ੇ ਹਨ ਨਾ, ਇਹ ਇਸ ਬਦਲਾਅ ਨੂੰ ਬਿਲਕੁਲ ਸਾਫ਼-ਸਾਫ਼ ਦਿਖਾਉਂਦੇ ਨੇ। 1951 ਤੋਂ ਲੈ ਕੇ 1956 ਤੱਕ ਦੇਖੋ ਕਿਵੇਂ ਪੈਪਸੂ ਦਾ ਇਲਾਕਾ ਹੌਲੀ-ਹੌਲੀ ਕਰਕੇ ਪੰਜਾਬ ਦੇ ਵੱਡੇ ਨਕਸ਼ੇ ਦਾ ਹਿੱਸਾ ਬਣਦਾ ਗਿਆ। ਪਰ ਇੱਕ ਮਿੰਟ, ਕੀ ਪੈਪਸੂ ਸੱਚੀ-ਮੁੱਚੀ ਪੂਰੀ ਤਰ੍ਹਾਂ ਗਾਇਬ ਹੋ ਗਿਆ ਜਾਂ ਫਿਰ ਇਸ ਦੀ ਕੋਈ ਨਿਸ਼ਾਨੀ ਅੱਜ ਵੀ ਬਾਕੀ ਹੈ? ਇਹੀ ਹੈ ਸਾਡਾ ਆਖਰੀ ਭਾਗ, ਪੈਪਸੂ ਦੀ ਸਥਾਈ ਗੂੰਜ। ਅੱਜ ਇਹ ਕਿੱਥੇ ਹੈ? ਅਸਲ ਵਿੱਚ ਪੀਐਫਸੀਯੂ ਦੀ ਵਿਰਾਸਤ ਅੱਜ ਵੀ ਸਾਡੇ ਨਾਲ ਹੈ, ਬਸ ਰੂਪ ਬਦਲ ਗਿਆ ਹੈ। ਇਸ ਦਾ ਜ਼ਿਆਦਾਤਰ ਹਿੱਸਾ ਤਾਂ ਅੱਜ ਦੇ ਪੰਜਾਬ ਵਿੱਚ ਹੈ, ਪਰ ਜੀਂਦ ਤੇ ਨਾਰਨੌਲ ਵਰਗੇ ਕੁਝ ਦੱਖਣੀ ਇਲਾਕੇ
ਹਰਿਆਣਾ ਨੂੰ ਮਿਲ ਗਏ ਤੇ ਕੰਡਾ ਘਾਟ ਕਸੌਲੀ ਵਰਗੇ ਪਹਾੜੀ ਖੇਤਰ ਹਿਮਾਚਲ ਪ੍ਰਦੇਸ਼ ਦਾ ਹਿੱਸਾ ਬਣੇ। ਸੋਚੋ, ਇੱਕ ਅਜਿਹਾ ਸੰਘ ਜੋ ਥੋੜੇ ਸਮੇਂ ਲਈ ਬਣਿਆ ਪਰ ਉਸਨੇ ਉੱਤਰੀ ਭਾਰਤ ਦੇ ਨਕਸ਼ੇ ਨੂੰ ਹਮੇਸ਼ਾ ਲਈ ਇੱਕ ਨਵੀਂ ਸ਼ਕਲ ਦੇ ਦਿੱਤੀ। ਤਾਂ ਜੇਕਰ ਇੱਕ ਨਜ਼ਰ 'ਚ ਦੇਖੀਏ ਤਾਂ ਇਹ ਸੀ ਪੈਪਸੂ ਦੀ ਪੂਰੀ ਕਹਾਣੀ, ਇਸ ਦੇ ਸ਼ਾਸਕਾਂ ਤੋਂ ਲੈ ਕੇ ਇਸ ਦੇ ਮੁੱਖ ਮੰਤਰੀਆਂ ਤੱਕ ਔਰ ਫਿਰ ਆਖਿਰਕਾਰ ਇਸ ਦਾ ਪੰਜਾਬ ਵਿੱਚ ਰਲੇਵਾਂ। ਇੱਕ ਛੋਟਾ ਜਿਹਾ ਸਫ਼ਰ, ਪਰ ਭਾਰਤ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਅਧਿਆਇ। ਇਹ ਪੂਰੀ ਕਹਾਣੀ ਸਾਨੂੰ ਇੱਕ ਡੂੰਗੀ ਸੋਚ ਵਿੱਚ ਪਾ ਦਿੰਦੀ ਹੈ ਕਿ ਨਕਸ਼ੇ ਤੇ ਖਿੱਚੀਆਂ ਹੋਈਆਂ ਇਹ ਸਧਾਰਨ ਜਿਹੀਆਂ ਲਕੀਰਾਂ ਆਪਣੇ ਅੰਦਰ ਹੋਰ ਪਤਾ ਨਹੀਂ ਕਿੰਨੀਆਂ-ਕਿੰਨੀਆਂ ਕਹਾਣੀਆਂ ਲੁਕਾਈ ਬੈਠੀਆਂ ਹਨ।